ਜਦ ਜੁੜਨ ਲੋਕਾਂ ਨਾਲ ਲੋਕ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ मतदाता जंक्शन हैशटैग मतदाता जंक्शन हैशटैग मतदाता जंक्शन। ਭਾਰਤ ਵਿੱਚ ਪਹਿਲੀ ਵਾਰ ਚੋਣਾਂ 1951-52 ਚ ਕਰਾਈਆਂ ਗਈਆਂ ਸਨ। ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਚੋਣਾਂ ਕਰਾਉਣਾ ਇੱਕ ਗੁੰਝਲਦਾਰ ਪ੍ਰਕਿਰਿਆ ਸੀ। ਅਸੀਂ ਇੱਕਦਮ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਜਾ ਰਹੇ ਸਾਂ। ਉਸ ਵਕਤ ਦੇਸ਼ ਦੀ ਸਾਖਰਤਾ ਸਿਰਫ 16% ਸੀ। ਅਜਿਹੇ ਵਿੱਚ ਚੋਣਾਂ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਸਮਝਾਉਣਾ ਅਤੇ ਉਹਨਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣਾ ਇੱਕ ਵੱਡੀ ਚੁਣੌਤੀ ਸੀ। ਪਰ ਸਾਡੇ ਚੋਣ ਕਮਿਸ਼ਨ ਨੇ ਐਸਾ ਜ਼ਬਰਦਸਤ ਕੰਮ ਕੀਤਾ ਕਿ ਲੋਕਤੰਤਰ ਦਾ ਪ੍ਰਤੀਰੂਪ ਸਾਡੀਆਂ ਚੋਣਾਂ ਸੰਪੰਨ ਹੋ ਗਈਆਂ ਅਤੇ ਇੱਕ ਲੋਕਤੰਤਰਿਕ ਸਰਕਾਰ ਦਾ ਗਠਨ ਹੋ ਗਿਆ। ਉਸ ਵਕਤ 21 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਹੀ ਮਤਦਾਨ ਦਾ ਅਧਿਕਾਰ ਦਿੱਤਾ ਗਿਆ ਸੀ। ਬਈ ਭਾਰਤ, ਅੱਜ ਕੀ ਪੜ੍ਹਿਆ ਜਾ ਰਿਹਾ ਹੈ? ਇਸ ਬਾਰਿਸ਼ ਦੇ ਮੌਸਮ ਦਾ ਪੂਰਾ ਮਜ਼ਾ ਲੈ ਰਹੇ ਹੋ। ਹਾਂ ਭਾਰਤੀ, ਜਦੋਂ ਬਾਹਰ ਬਾਰਿਸ਼ ਦੀਆਂ ਬੂੰਦਾਂ ਟਪ ਟਪ ਕਰਕੇ ਡਿੱਗਦੀਆਂ ਨੇ ਨਾ ਤੇ ਮੌਸਮ ਸੁਹਾਵਣਾ ਹੁੰਦਾ ਹੈ ਤਾਂ ਮੇਰਾ ਦਿਲ ਕੁਝ ਮਜ਼ੇਦਾਰ ਪੜ੍ਹਨ ਨੂੰ ਕਰਦਾ ਹੈ। ਵਾਹ। ਅੱਜ ਮੈਂ ਸੋਚਿਆ ਕਿ ਕਿਉਂ ਨਾ ਚੋਣਾਂ ਦੇ ਬਾਰੇ ਹੀ ਕੁਝ ਪੜ੍ਹਿਆ ਜਾਏ ਤੇ ਜਦ ਮੈਂ ਪੜ੍ਹਨ ਬੈਠਾ ਤੇ ਇੰਨੀਆਂ ਦਿਲਚਸਪ ਗੱਲਾਂ ਦਾ ਪਤਾ ਲੱਗਿਆ ਕਿ ਮੈਂ ਤਾਂ ਹੈਰਾਨ ਹੀ ਰਹਿ ਗਿਆ। ਪਤਾ ਹੈ ਭਾਰਤੀ, 1999 ਤੱਕ ਸਾਡੇ ਦੇਸ਼ 'ਚ 21 ਸਾਲ ਤੋਂ ਹੇਠਾਂ ਦੇ ਲੋਕ ਵੋਟ ਹੀ ਨਹੀਂ ਪਾ ਸਕਦੇ ਸੀ। ਪਰ ਉਸ ਤੋਂ ਬਾਅਦ ਮਤਦਾਨ ਲਈ ਬਾਲਗ ਹੋਣ ਦੀ ਉਮਰ ਹੱਦ ਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ। ਸ਼ੁਕਰ ਹੈ ਭਾਰਤ, ਨਹੀਂ ਤਾਂ ਸਾਨੂੰ ਵੋਟ ਪਾਉਣ ਲਈ 3 ਸਾਲ ਹੋਰ ਇੰਤਜ਼ਾਰ ਕਰਨਾ ਪੈਂਦਾ। ਤੇ ਤੁਸੀਂ ਤੇ ਜਾਣਦੇ ਹੀ ਹੋ ਨਾ, ਇੰਤਜ਼ਾਰ ਦਾ ਦਰਦ ਓਏ ਹੋਏ। ਉਹੀ ਜਿੱਦਾਂ ਆਪਾਂ ਕਰ ਰਹੇ ਇੰਤਜ਼ਾਰ ਆਪਣੇ ਚਾਚਾ ਜੀ ਦਾ ਤੇ ਕਲਪਨਾ ਦਾ। ਪਰ ਇਹ ਖਰਚ ਤਾਂ ਅਸੀਂ ਆਪ ਹੀ ਚੱਲ ਰਹੇ ਹਾਂ ਨਾ। ਭੁੱਲ ਗਏ ਕਿ ਚੁਣਾਵੀ ਚਾਚਾ ਜੀ ਨੇ ਸਾਨੂੰ ਆਪਣੇ ਘਰ ਬੁਲਾਇਆ ਸੀ। ਓ ਹਾਂ ਸੱਚ। ਪਰ ਬਾਰਿਸ਼ ਬਈ ਐਨੀ ਵੀ ਨਹੀਂ ਕਿ ਅਸੀਂ ਆ ਜਾ ਨਾ ਸਕੀਏ। ਚਲੋ ਫਿਰ ਚਲਦੇ ਆ ਨਾ ਚਾਚਾ ਜੀ ਦੇ ਘਰ। ਆਪਣੀ ਆਪਣੀ ਛਤਰੀ ਕੱਢੀਏ ਤੇ ਚਲੀਏ ਬਾਰਿਸ਼ ਦਾ ਮਜ਼ਾ ਲੈਂਦੇ ਹੋਏ ਚਾਚਾ ਜੀ ਦੇ ਘਰ। लोकतंत्र के भाग्य विधाता मतदाता, कर्तव्य निभाना हमको अपना है आता। अपने अधिकार की शक्ति का एहसास हमें, अपने अधिकार की शक्ति का एहसास हमें, इस जिम्मेदारी से अपना गहरा नाता। मतदाता ਚਾਚਾ ਜੀ, ਅਸੀਂ ਆ ਗਏ, ਦਰਵਾਜ਼ਾ ਤਾਂ ਖੋਲੋ। ਨਮਸਕਾਰ ਚਾਚਾ ਜੀ। ਓ ਆਓ ਬਈ, ਆਓ ਆਓ ਭਾਰਤ ਤੇ ਭਾਰਤੀ ਬੇਟੀ, ਮੈਂ ਤਾਂ ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ। ਆਖਰ ਤੁਸੀਂ ਬਾਰਿਸ਼ ਵਿੱਚ ਆ ਹੀ ਗਏ ਹੈ। ਕਿਉਂ ਨਾ ਆਉਂਦੇ ਚਾਚਾ ਜੀ, ਆਖਰ ਤੁਹਾਡੇ ਕੋਲੋਂ ਤੇ ਕਲਪਨਾ ਕੋਲੋਂ ਅੱਛੀਆਂ ਗੱਲਾਂ ਜੋ ਜਾਣਨੀਆਂ ਨੇ। ਗੱਲ ਤਾਂ ਠੀਕ ਹੈ। ਉਸੇ ਲਈ ਤਾਂ ਅੱਜ ਇੱਕ ਖੇਡ ਦਾ ਇੰਤਜ਼ਾਮ ਕੀਤਾ। ਖੇਡ? ਕੈਸੀ ਖੇਡ ਚਾਚਾ ਜੀ? ਬਈ ਖੇਡ ਹੈ ਕੌਣ ਬਣੇਗਾ ਗਿਆਨੀ। ਭਾਰਤ ਤੇ ਭਾਰਤੀ, ਇਸ ਖੇਡ ਵਿੱਚ ਮੈਂ ਤੁਹਾਨੂੰ ਦੋਨਾਂ ਨੂੰ ਸਵਾਲ ਪੁੱਛਾਂਗਾ ਤੇ ਜੇ ਤੁਸੀਂ ਸਹੀ ਜਵਾਬ ਦੇਵੋਗੇ ਤਾਂ ਬਾਰਿਸ਼ ਦੇ ਇਸ ਮੌਸਮ 'ਚ ਤੁਹਾਡੇ ਲਈ ਗਰਮਾ ਗਰਮ ਨਾਸ਼ਤਾ ਪੱਕਾ। ਫਿਰ ਤਾਂ ਮਜ਼ਾ ਹੀ ਆ ਜਾਏਗਾ ਚਾਚਾ ਜੀ। ਪਰ ਇਹ ਤੇ ਦੱਸੋ ਕਿ ਇਸ ਗੇਮ 'ਚ ਕੋਈ ਲਾਈਫ ਲਾਈਨ ਮਿਲੇਗੀ ਕਿ ਨਹੀਂ? ਹਾਂ ਬਿਲਕੁਲ ਮਿਲੇਗੀ। ਉਹ ਦੇਖੋ, ਉਹ ਆ ਗਈ ਤੁਹਾਡੀ ਲਾਈਫ ਲਾਈਨ ਕਲਪਨਾ। ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ। ਨਮਸਕਾਰ ਬੇਟੇ, ਨਮਸਕਾਰ। ਇਹ ਸਾਡੀ ਕਲਪਨਾ ਬੇਟੀ ਲਾਈਫ ਲਾਈਨ ਤਾਂ ਹੈ ਹੀ ਹੈ। ਸਹੀ ਜਵਾਬ ਦੇਣ 'ਚ ਤੁਹਾਡੀ ਮਦਦ ਵੀ ਕਰੇਗੀ। ਤਾਂ ਤਿਆਰ ਹੋ ਤੁਸੀਂ? ਉਹ ਅਸੀਂ ਤਾਂ ਬਿਲਕੁਲ ਤਿਆਰ ਆ ਚਾਚਾ ਜੀ, ਤੁਸੀਂ ਨਾਸ਼ਤਾ ਤਿਆਰ ਕਰਵਾ ਹੀ ਲਓ। ਅੱਛਾ ਜੀ, ਇੰਨਾ ਵਿਸ਼ਵਾਸ ਹੈ ਆਪਣੇ ਆਪ ਤੇ? ਕਿਉਂ ਨਹੀਂ, ਤੁਸੀਂ ਪੁੱਛੋ ਸਵਾਲ। ਤੇ ਲਓ ਫਿਰ ਤਿਆਰ ਹੋ ਜਾਓ। ਇਹ ਰਿਹਾ ਤੁਹਾਡਾ ਪਹਿਲਾ ਸਵਾਲ। ਆਜ਼ਾਦ ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਕੌਣ ਸਨ? ਇਹਦਾ ਜਵਾਬ ਤਾਂ ਸਾਨੂੰ ਪਤਾ ਹੈ ਚਾਚਾ ਜੀ। ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਸੀ ਸੁਕੁਮਾਰ ਸੇਨ ਜੀ।
ਸਹੀ ਜਵਾਬ ਹੈ ਭਾਰਤ। ਸੁਕੁਮਾਰ ਸੈਨ ਜੀ ਸਾਲ 1950 ਤੋਂ 1958 ਤੱਕ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਹੇ। ਦਰਅਸਲ ਭਾਰਤ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਸਾਡੇ ਦੇਸ਼ ਦੇ ਰਾਸ਼ਟਰਪਤੀ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਦੇ ਨੇ। ਅੱਛਾ, ਇੱਕ ਬਹੁਤ ਹੀ ਦਿਲਚਸਪ ਸਵਾਲ ਪੁੱਛਦਾ। ਇਹ ਦੱਸੋ ਕਿ ਜਦੋਂ ਪਹਿਲੀ ਵਾਰ ਦੇਸ਼ ਵਿੱਚ ਮਤਦਾਨ ਹੋਇਆ ਤਾਂ ਕਿਸ ਕੰਪਨੀ ਨੇ ਬੈਲਟ ਬਾਕਸ ਬਣਾਏ ਸੀ? ਇਹਦਾ ਜਵਾਬ ਵੀ ਸਾਨੂੰ ਪਤਾ ਹੈ। ਪਹਿਲੀਆਂ ਚੋਣਾਂ 'ਚ ਗੋਦਰੇਜ ਕੰਪਨੀ ਨੇ ਤਕਰੀਬਨ 17 ਲੱਖ ਬੈਲਟ ਬਾਕਸਸ ਬਣਾਏ ਸੀ, ਕਿਉਂਕਿ ਉਦੋਂ ਮਤਪੱਤਰਾਂ ਨਾਲ ਚੋਣਾਂ ਹੁੰਦੀਆਂ ਸੀ ਨਾ। ਵੈਰੀ ਗੁੱਡ। ਤਾਂ ਫਿਰ ਅਗਲਾ ਸਵਾਲ ਭਾਰਤੀ, ਹਾਂਜੀ, ਤੂੰ ਦੱਸ ਕਿ ਪਹਿਲੀ ਵਾਰੀ ਈਵੀਐਮ ਨਾਲ ਚੋਣਾਂ ਕਦੋਂ ਕਰਵਾਈਆਂ ਗਈਆਂ ਸੀ? ਲੈ, ਪਹਿਲੀ ਵਾਰੀ 1982 ਚ ਕੇਰਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਈਵੀਐਮ ਦਾ ਇਸਤੇਮਾਲ ਹੋਇਆ ਸੀ। ਪਰ ਸਾਲ 2004 ਚ ਪਹਿਲੀ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ ਪੂਰੇ ਦੇਸ਼ ਨੇ ਈਵੀਐਮ ਰਾਹੀਂ ਵੋਟਾਂ ਪਾਈਆਂ ਸੀ। ਵਾਹ ਵਾਹ ਵਾਹ, ਇੰਟੈਲੀਜੈਂਟ, ਵੈਰੀ ਗੁੱਡ ਭਾਰਤੀ। ਅੱਛਾ, ਇੱਕ ਸਵਾਲ ਹੋਰ ਪੁੱਛਦਾ। ਪਹਿਲੀ ਵਾਰੀ ਕਿਹੜੀਆਂ ਚੋਣਾਂ ਵਿੱਚ ਨੋਟਾਂ ਦਾ ਵਿਕਲਪ ਇਸਤੇਮਾਲ ਕੀਤਾ ਗਿਆ ਸੀ? ਅਬ ਇਹਦਾ ਜਵਾਬ ਮੈਂ ਦਿੰਨੀ ਆ ਚਾਚਾ ਜੀ। 2014 ਦੀਆਂ ਲੋਕ ਸਭਾ ਚੋਣਾਂ ਪਹਿਲੀ ਵਾਰ ਨੋਟਾ ਯਾਨੀ ਨਨ ਆਫ ਦੀ ਅਬਵ ਦਾ ਇਸਤੇਮਾਲ ਕੀਤਾ ਗਿਆ ਸੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਨੋਟਾ ਤੇ ਵੀ 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਮਤਦਾਨ ਕੀਤਾ ਸੀ। ਖੁਸ਼ ਕੀਤਾ। ਤਾਂ ਸਾਡਾ ਕੌਣ ਬਣੇਗਾ ਗਿਆਨੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਤਦ ਤੱਕ ਸੁਣਦੇ ਹਾਂ ਸਾਡੇ ਸੈਲੀਬ੍ਰਿਟੀ आइकॉन ਦਾ ਇਹ संदेश। नमस्कार साथियों, मैं हूं सौरभ शुक्ला। आप मुझे एक अभिनेता के तौर पे ज़रूर जानते हैं, राइटर के तौर पे भी जानते हैं, एक फिल्म कलाकार के तौर पे जानते हैं। लोकतंत्र हमें वो शक्ति देता है जिससे हम अपनी सरकार खुद तय कर सकें, और उसके लिए बहुत ज़रूरी होता है मतदान। हमें ये समझना चाहिए कि ये न सिर्फ हमारी आवाज़ है, न सिर्फ हमारी आज़ादी है, बल्कि हमारी आज़ादी को सेफगार्ड करने के लिए ये हमारी ड्यूटी है। मैं आप सबसे रिक्वेस्ट करूंगा कि जब भी मतदान हो प्लीज़ जाइए और वोटिंग करिए। ਕੌਣ ਬਣੇਗਾ ਗਿਆਨੀ ਪ੍ਰੋਗਰਾਮ 'ਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ। ਤੇ ਹੁਣ ਚੱਲਦੇ ਹਾਂ ਅਗਲੇ ਸਵਾਲ ਵੱਲ। ਇਹ ਦੱਸੋ ਕਿ ਚੋਣਾਂ ਦੇ ਮਾਮਲੇ 'ਚ ਸਵੀਪ ਦਾ ਕੀ ਅਰਥ ਹੁੰਦਾ ਹੈ? ਚਾਚਾ ਜੀ, ਇਹ ਤਾਂ ਮੁਸ਼ਕਿਲ ਸਵਾਲ ਪੁੱਛ ਲਿਆ ਤੁਸੀਂ। ਮੈਨੂੰ ਲਾਈਫਲਾਈਨ ਚਾਹੀਦੀ ਹੈ। ਠੀਕ ਹੈ, ਮੈਂ ਮਦਦ ਕਰਦੀ ਹਾਂ। ਸਵੀਪ ਦਾ ਫੁੱਲ ਫਾਰਮ ਹੁੰਦਾ ਹੈ ਸਿਸਟਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਿਪੇਸ਼ਨ। ਇਹ ਲੋਕਾਂ ਨੂੰ ਮਤਦਾਨ ਦੇ ਲਈ ਜਾਗਰੂਕ ਕਰਨ ਵਾਸਤੇ ਚੋਣ ਕਮਿਸ਼ਨ ਵੱਲੋਂ ਚਲਾਇਆ ਜਾਣ ਵਾਲਾ ਇੱਕ ਪ੍ਰੋਗਰਾਮ ਹੈ ਜੋ ਮਤਦਾਤਾ ਸਾਖਰਤਾ ਲਈ ਕੰਮ ਕਰਦਾ ਹੈ। ਸਵੀਪ ਦਾ ਬੀਜ ਸਭ ਤੋਂ ਪਹਿਲਾਂ ਸਾਲ 2009 ਵਿੱਚ ਫੁੱਟਿਆ। ਇਹ ਪ੍ਰੋਗਰਾਮ ਇੱਕ ਪ੍ਰੋਗਰਾਮ ਦੇ ਤੌਰ ਤੇ ਸਵੀਪ ਹੋਂਦ ਵਿੱਚ ਆਇਆ। ਸਭ ਤੋਂ ਪਹਿਲਾਂ ਇਹਨੂੰ ਝਾਰਖੰਡ ਦੀਆਂ ਚੋਣਾਂ ਵਿੱਚ ਇਸਤੇਮਾਲ ਕੀਤਾ ਗਿਆ। ਇਹਦੇ ਤਹਿਤ ਲੋਕਾਂ ਦੀਆਂ ਦੁਵਿਧਾਵਾਂ ਨੂੰ ਮਿਟਾਉਣ ਲਈ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਜਾਂਦਾ ਹੈ। ਅੱਛਾ ਭਾਰਤੀ, ਮੈਂ ਤੇਰੇ ਕੋਲੋਂ ਇੱਕ ਬੇਹੱਦ ਆਸਾਨ ਜਿਹਾ ਸਵਾਲ ਪੁੱਛਦਾ। ਠੀਕ ਹੈ। ਇਹ ਦੱਸੋ ਕਿ ਰਾਸ਼ਟਰੀ ਮਤਦਾਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਤਾਂ ਬਹੁਤ ਹੀ ਆਸਾਨ ਹੈ। 25 ਜਨਵਰੀ ਨੂੰ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਜਾਂਦਾ ਹੈ। ਉਹ ਪਰ ਇਸ ਤਾਰੀਖ ਦਾ ਮਹੱਤਵ ਵੀ ਤਾਂ ਦੱਸਣਾ ਭਾਰਤੀ। ਕਿਉਂ ਨਹੀਂ, ਅਸੀਂ ਵੀ ਆਪਣੇ ਤਰਕਸ਼ 'ਚ ਤੀਰ ਰੱਖਦੇ ਹਾਂ ਜੀ। ਓਏ ਹੋਏ। 25 ਜਨਵਰੀ 1950 ਚ ਇੱਕ ਕੇਂਦਰੀ ਸਥਾਈ ਤੇ ਸੁਤੰਤਰ ਭਾਰਤ ਚੋਣ ਕਮਿਸ਼ਨ ਦੀ ਸਥਾਪਨਾ ਦੇ ਨਾਲ ਦੇਸ਼ 'ਚ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਦੀ ਨੀਂਹ ਰੱਖੀ ਗਈ। ਅਸੀਂ ਸੰਨ 2011 ਦੇ ਇਸੇ ਦਿਨ ਯਾਨੀ 25 ਜਨਵਰੀ ਨੂੰ ਨੈਸ਼ਨਲ ਵੋਟਰਸ ਡੇ ਦੇ ਤੌਰ ਤੇ ਮਨਾਉਂਦੇ ਆ। ਭਾਈ, ਤੁਸੀਂ ਮੇਰੇ ਸਵਾਲਾਂ ਦਾ ਬਹੁਤ ਚੰਗੀ ਤਰ੍ਹਾਂ ਜਵਾਬ ਦਿੱਤਾ। ਹੁਣ ਤੁਹਾਡਾ ਗਰਮਾ ਗਰਮ ਨਾਸ਼ਤਾ ਪੱਕਾ। ਤੁਸੀਂ ਲੋਕ ਤਦ ਤੱਕ ਗੱਲਾਂ ਕਰੋ, ਮੈਂ ਨਾਸ਼ਤੇ ਦਾ ਇੰਤਜ਼ਾਮ ਕਰਕੇ ਆਇਆ। ਆਜਾ ਕਲਪਨਾ ਬੇਟੀ, ਮੇਰੀ ਹੈਲਪ ਕਰਾ ਦੇ ਬਈ, ਮੈਨੂੰ ਵੀ ਤਾਂ ਹੈਲਪ ਲਾਈਨ ਚਾਹੀਦੀ। ਚਲੋ ਚਲੋ ਚਾਚਾ ਜੀ। ਆਜਾ। ਭਾਰਤੀ, 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤ ਚੋਣ ਕਮਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਸੀ, ਜਿਦੇ 'ਚ ਇਸ ਬਾਰੇ ਚਰਚਾ ਕੀਤੀ ਗਈ ਸੀ ਕਿ ਆਖਿਰ ਕਿਵੇਂ ਦਿਵਿਆਂਗਾਂ ਨੂੰ ਚੋਣ ਪ੍ਰਕਿਰਿਆ ਦਾ ਵੱਧ ਤੋਂ ਵੱਧ ਹਿੱਸਾ ਬਣਾਇਆ ਜਾਏ ਤੇ ਕੋਈ ਵੀ ਐਸਾ ਦਿਵਿਆਂਗ ਨਾ ਹੋਏ ਜੋ ਮਤਦਾਨ ਨਾ ਕਰ ਸਕੇ। ਇਸ ਤੋਂ ਬਾਅਦ ਦੇ ਆંકੜੇ ਕਹਿੰਦੇ ਨੇ ਕਿ ਲੋਕ ਸਭਾ ਚੋਣਾਂ 'ਚ 63 ਲੱਖ ਦਿਵਿਆਂਗਾਂ ਨੇ ਆਪਣਾ ਨਾਂ ਲਿਸਟ 'ਚ ਦਰਜ ਕਰਵਾਇਆ ਸੀ। ਚੋਣਾਂ 'ਚ ਦਿਵਿਆਂਗਾਂ ਦੇ ਮਤਦਾਨ 'ਚ
22% ਦਾ ਵਾਧਾ ਹੋਇਆ। ਸਾਡਾ ਚੋਣ ਕਮਿਸ਼ਨ ਆਪਣੇ ਕਰਮਚਾਰੀਆਂ ਲਈ ਵੀ ਐਸੇ ਵੈਬੀਨਾਰ ਤੇ ਸੈਮੀਨਾਰ ਦਾ ਆਯੋਜਨ ਕਰਦਾ ਹੀ ਰਹਿੰਦਾ ਹੈ ਜਿਨ੍ਹਾਂ ਨਾਲ ਦੂਸਰੇ ਦੇਸ਼ਾਂ ਤੋਂ ਸਿੱਖਣ ਤੇ ਉਹਨਾਂ ਨੂੰ ਕੁਝ ਸਿਖਾਉਣ ਦਾ ਮੌਕਾ ਮਿਲਦਾ ਹੈ। ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਸ ਪ੍ਰੋਗਰਾਮ ਯਾਨੀ EIVP ਇਸੇ ਦਾ ਹੀ ਤੇ ਨਾਮ ਹੈ। ਇਹ ਐਸਾ ਪ੍ਰੋਗਰਾਮ ਹੈ ਜਿਹਦੀ ਵਜ੍ਹਾ ਦੇ ਨਾਲ ਦੁਨੀਆ ਭਰ 'ਚ ਸਾਡੀ ਮਜ਼ਬੂਤ ਚੋਣ ਪ੍ਰਕਿਰਿਆ ਦੀ ਚਰਚਾ ਹੁੰਦੀ ਹੈ। ਬਿਲਕੁਲ ਭਾਰਤੀ, ਭਾਰਤ 'ਚ ਚੋਣ ਪ੍ਰਕਿਰਿਆ ਨੂੰ ਚੁਸਤ ਦਰੁਸਤ ਕਰਨ 'ਚ BLOs ਵੱਡਾ ਰੋਲ ਨਿਭਾਉਂਦੇ ਨੇ ਤੇ ਇਹ ਬੂਥ ਲੈਵਲ ਆਫੀਸਰਸ ਹੀ ਹਰੇਕ ਵੋਟਰ ਤੱਕ ਪਹੁੰਚਦੇ ਨੇ ਤੇ ਉਹਨਾਂ ਨੂੰ ਚੋਣ ਪ੍ਰਕਿਰਿਆ ਨਾਲ ਜੋੜਦੇ ਨੇ। ਇਹ ਨਾਗਰਿਕਾਂ ਦੀ ਮਤਦਾਤਾ ਸੂਚੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਕਰਦੇ ਨੇ। मेरा नाम सूर्या है और मैं प्रयागराज उत्तर प्रदेश का रहने वाला हूँ। मैंने ग्रेजुएशन की है और अब हायर स्टडीज़ परस्यू कर रहा हूँ। मतदाता जंक्शन कार्यक्रम मेरे पूरे परिवार को बहुत पसंद है। हम वोट तो पहले भी देते थे लेकिन चुनावी प्रक्रिया की इतनी बारीकी से परिचित नहीं थे। इस कार्यक्रम ने न केवल हमें वोट डालने के लिए जागरूक किया बल्कि इस बात की भी प्रेरणा दी कि हम कैसे अपने आसपास के लोगों को मतदान करने के लिए आगे बढ़ाएं। मैंने अब हर सप्ताह एक दिन का समय निकालकर गरीब बच्चों को पढ़ाने का फैसला किया है। साथ ही मैंने ये फैसला किया है कि मैं उन्हें चुनाव की प्रक्रिया से भी परिचित कराऊं। मेरे इस प्रयास में मतदाता जंक्शन बहुत उपयोगी साबित हो रहा है। हमें मतदान के प्रति जागरूक रहना है ताकि लोकतंत्र में हम अपनी भूमिका निभा सकें। धन्यवाद। ਤੁਹਾਡੇ ਪਿਆਰੇ ਮੈਸੇਜ ਨੂੰ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਰੋਤੇ ਇਸੇ ਤਰ੍ਹਾਂ ਸਾਨੂੰ ਆਪਣੀਆਂ ਪ੍ਰਤੀਕਿਰਿਆਵਾਂ ਭੇਜਦੇ ਰਹਿਣਗੇ ਤੇ ਪਿਆਰੇ ਪਿਆਰੇ ਮੈਸੇजेस ਨਾਲ ਸਾਡਾ ਹੌਸਲਾ ਵਧਾਉਂਦੇ ਰਹਿਣਗੇ। ਤੁਹਾਨੂੰ ਪਤਾ ਹੈ ਭਾਰਤ ਕਿ ਸਾਡੇ ਚੋਣ ਕਮਿਸ਼ਨ ਨੇ ਦਿਵਿਆਂਗਾਂ ਨੂੰ ਮਤਦਾਨ 'ਚ ਹਿੱਸਾ ਦਿਵਾਉਣ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਨੇ ਤੇ ਉਹਦੇ 'ਚ ਲੋਕਤੰਤਰ ਦੂਤਾਂ ਦਾ ਯੋਗਦਾਨ ਬੜਾ ਅਹਿਮ ਹੈ। ਹੈ ਕੀ ਇਹ ਲੋਕਤੰਤਰ ਦੂਤ ਕੀ ਹੁੰਦੇ ਨੇ ਭਾਰਤੀ? ਸੁਣੋ ਫਿਰ, ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇੱਕ 45 ਸਾਲ ਦੇ ਸ਼ਖਸ ਦਿਲੀਪ ਨੇ ਐਲਾਨ ਕਰ ਦਿੱਤਾ ਕਿ ਉਹ ਦੇਸ਼ ਨੂੰ ਦਿਖਾ ਦੇਗਾ ਕਿ ਅਸੀਂ ਕੀ ਕਰ ਸਕਦੇ ਹਾਂ। ਉਸ ਤੋਂ ਬਾਅਦ ਉਹਨੂੰ ਸੀਤਾਪੁਰ ਜ਼ਿਲ੍ਹੇ ਤੋਂ ਬੂਥ ਦੇ ਲੋਕਤੰਤਰ ਦੂਤ ਦੇ ਰੂਪ 'ਚ ਚੁਣਿਆ ਗਿਆ। ਉੱਥੋਂ ਦੇ 3000 ਮਤਦਾਤਾ ਬੂਥਾਂ ਵਿੱਚੋਂ ਇੱਕ ਦਿਵਿਆਂਗ ਨੂੰ ਲੋਕਤੰਤਰ ਦੂਤ ਬਣਾਇਆ ਗਿਆ। ਉਹਨਾਂ ਨੂੰ ਇੱਕ ਪਛਾਣ ਪੱਤਰ ਵੀ ਦਿੱਤਾ ਗਿਆ। ਇਹਦੇ ਨਾਲ ਉਹਨਾਂ ਦੀ ਪ੍ਰਸਿੱਧੀ ਵੀ ਵਧੀ ਤੇ ਉਹਨਾਂ ਨੇ ਦੂਸਰਿਆਂ ਨੂੰ ਵੀ ਮਤਦਾਨ ਲਈ ਪ੍ਰੇਰਿਤ ਕੀਤਾ। ਇਹ ਹੁੰਦਾ ਹੈ ਮਤਦਾਨ ਦਾ ਜਜ਼ਬਾ। ਇਹੋ ਜਿਹੀਆਂ ਢੇਰਾਂ ਕਹਾਣੀਆਂ ਨੇ ਜਿਨ੍ਹਾਂ ਬਾਰੇ ਅਸੀਂ ਆਪਣੇ ਅਗਲੇ ਐਪੀਸੋਡ 'ਚ ਚਰਚਾ ਕਰਾਂਗੇ। ਫਿਲਹਾਲ ਵਕਤ ਹੈ ਕਿ ਆਪਾਂ ਅੱਜ ਦਾ ਸਵਾਲ ਪੁੱਛ ਲਈਏ ਤੇ ਪਿਛਲੇ ਐਪੀਸੋਡ 'ਚ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦੇ ਕੇ ਜੇਤੂ ਦੇ ਨਾਮ ਦਾ ਐਲਾਨ ਵੀ ਕਰ ਦਈਏ। ਪਿਛਲੀ ਵਾਰ ਪੁੱਛਿਆ ਗਿਆ ਸੀ ਸਵਾਲ ਕਿ ਕਰਨਾਟਕ ਦੀਆਂ ਆਦੀਵਾਸੀ ਮਤਦਾਤਾ ਮਹਿਲਾਵਾਂ ਕੰਚਨ ਤੇ ਐਂਚਨ ਕਿਸ ਕੁਮੰਤੂ ਜਨਜਾਤੀ ਦੇ ਨਾਲ ਸੰਬੰਧ ਰੱਖਦੀਆਂ ਨੇ? ਜੀ, ਤੇ ਇਹਦਾ ਸਹੀ ਜਵਾਬ ਹੈ ਹੱਕੀ ਪਿੱਕੀ ਜਨਜਾਤੀ। ਤੇ ਹੁਣ ਸੁਣੋ ਇਸ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਵਿੱਚੋਂ ਚੁਣੇ ਗਏ ਲੱਕੀ ਵਿਨਰ ਦਾ ਨਾਮ। ਇਸ ਵਾਰ ਦੇ ਜੇਤੂ ਨੇ ਪਟਕਪੁਰ ਅਗਰਤਲਾ ਤ੍ਰਿਪੁਰਾ ਦੇ ਕੇਸਵ ਚੋਕਰਬੋਰਤੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਵਾਰੀ ਹੈ ਸਾਡੇ ਇਸ ਐਪੀਸੋਡ ਦੇ ਸਵਾਲ ਦੀ। ਸਵਾਲ ਹੈ ਕਿ EVM ਰਾਹੀਂ ਕਿਸ ਸਾਲ ਦੀਆਂ ਲੋਕ ਸਭਾ ਚੋਣਾਂ 'ਚ ਵੋਟਾਂ ਪਾਉਣ ਦਾ ਮੌਕਾ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਗਿਆ? ਸਵਾਲ ਫਿਰ ਤੋਂ ਸੁਣ ਲਓ। EVM ਰਾਹੀਂ ਕਿਸ ਸਾਲ ਦੀਆਂ ਲੋਕ ਸਭਾ ਚੋਣਾਂ 'ਚ ਵੋਟਾਂ ਪਾਉਣ ਦਾ ਮੌਕਾ ਪੂਰੇ ਦੇਸ਼ 'ਚ ਸ਼ੁਰੂ ਕੀਤਾ ਗਿਆ? ਤੁਸੀਂ ਆਪਣੇ ਜਵਾਬ ਸਾਨੂੰ WhatsApp ਰਾਹੀਂ ਭੇਜ ਸਕਦੇ ਹੋ। ਸਾਡਾ ਨੰਬਰ ਹੈ 9999031950। ਤੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਜਵਾਬ ਦੇ ਨਾਲ ਪੂਰਾ ਨਾਮ ਤੇ ਪਤਾ ਲਿਖਣਾ ਨਾ ਭੁੱਲਣਾ ਤੇ ਨਾਲ ਹੀ ਤੁਸੀਂ ਆਪਣੇ ਪੈਗਾਮ, ਕਵਿਤਾ, ਗੀਤ, ਕਹਾਣੀ ਵੀ ਸਾਡੇ ਤੱਕ ਪਹੁੰਚਾਉਂਦੇ ਰਹੋ। ਸਾਨੂੰ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਰਹੇਗਾ। ਅੱਜ ਤਾਂ ਨਾ ਸਿਰਫ ਪਾਣੀ ਦੀ ਬਾਰਿਸ਼ ਹੋਈ ਸਗੋਂ ਗਿਆਨ ਦੀ ਵੀ ਬਾਰਿਸ਼ ਹੋਈ ਭਾਰਤੀ। ਹਾਂ ਬਿਲਕੁਲ ਭਾਰਤ, ਸਭ ਸਾਡੇ ਚੁਣਾਵੀ ਚਾਚਾ ਜੀ ਦੀ ਮਿਹਰਬਾਨੀ ਹੈ। ਭਾਰਤ ਤੇ ਭਾਰਤੀ, ਉਹ ਬੱਚਿਓ ਆ ਜਾਓ। ਤੁਹਾਡਾ ਇਨਾਮ ਯਾਨੀ ਗਰਮਾ ਗਰਮ ਨਾਸ਼ਤਾ ਬਿਲਕੁਲ ਤਿਆਰ, ਤੁਹਾਡਾ ਇੰਤਜ਼ਾਰ ਕਰ ਰਿਹਾ। ਆ ਜਾਓ ਆ ਜਾਓ। ਆਨੇ ਆ ਚਾਚਾ ਜੀ। ਤਾਂ ਦੋਸਤੋ ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਚਾਚਾ ਜੀ ਦੇ ਹੱਥਾਂ ਦਾ ਲਜ਼ੀਜ਼ ਨਾਸ਼ਤਾ ਸਾਨੂੰ ਉਡੀਕ ਰਿਹਾ। ਇਸੇ ਲਈ ਫਿਲਹਾਲ ਸਾਨੂੰ ਦਿਓ ਇਜਾਜ਼ਤ। ਅਗਲੇ ਐਪੀਸੋਡ 'ਚ ਨਵੀਆਂ ਜਾਣਕਾਰੀਆਂ ਤੇ ਆਪਣੇ ਸਰੋਤਿਆਂ ਦੇ ਅਨੁਭਵ ਲੈ ਕੇ ਫੇਰ ਹਾਜ਼ਰ ਹੋਵਾਂਗੇ। ਨਮਸਕਾਰ। मतदाता जंक्शन #मतदाता जंक्शन